फ्रेंड्स और वीडियोस के लिए हमारे इस चैनल को सब्सक्राइब करें और बेल आइकन को भी ज़रूर दबाएं। हेलो फ्रेंड्स, वेलकम टू माय यूट्यूब चैनल। फ्रेंड्स ਅੱਜ ਦੀ ਵੀਡੀਓ ਵਿੱਚ ਅਸੀਂ ਹਿਸਟਰੀ ਦੇ ਕੁਝ ਹੋਰ ਇੰਪੋਰਟੈਂਟ ਕੁਐਸਚਨਸ ਕਰਨ ਵਾਲੇ ਹਾਂ ਜੀ, ਜਿਹੜੇ ਕਿ ਐਸਐਸਟੀ ਦੇ ਮਾਸਟਰ ਕੈਡਰ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ ਤੇ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਹਨ। ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ ਤੇ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਜਿਹੜਾ ਮੇਰੀ ਵੀਡੀਓਜ਼ ਦਾ ਨੋਟੀਫਿਕੇਸ਼ਨ ਹੈ ਉਹ ਮਿਲਦਾ ਰਹੇ। ਠੀਕ ਹੈ ਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ। ਪਹਿਲਾ ਕੁਐਸਚਨ ਹੈ, ਕਿਹੜਾ ਵਿਦੇਸ਼ੀ ਹਮਲਾਵਰ ਭਾਰਤ ਤੋਂ ਕੋਹੀਨੂਰ ਹੀਰਾ ਲੈ ਗਿਆ ਸੀ? ਤਾਂ ਕਿਹੜਾ ਹਮਲਾਵਰ ਸੀ ਜੀ ਜਿਹੜਾ ਭਾਰਤ ਤੋਂ ਕੋਹੀਨੂਰ ਹੀਰਾ ਲੈ ਗਿਆ ਸੀ ਇਹਨਾਂ ਵਿੱਚੋਂ? ਤਾਂ ਇਹ ਆਪਸ਼ਨ ਹੈ ਜੀ ਨਾਦਰ ਸ਼ਾਹ, ਬੀ ਆਪਸ਼ਨ ਹੈ ਅਹਿਮਦ ਸ਼ਾਹ ਅਬਦਾਲੀ, ਸੀ ਆਪਸ਼ਨ ਹੈ ਜ਼ਮਾਨ ਸ਼ਾਹ ਤੇ ਡੀ ਆਪਸ਼ਨ ਹੈ ਤੈਮੂਰ ਲੰਗ। ਤਾਂ ਕੌਣ ਸੀ ਜੀ ਜਿਹੜਾ ਕਿ ਭਾਰਤ ਤੋਂ ਕੋਹੀਨੂਰ ਹੀਰਾ ਲੈ ਗਿਆ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ ਨਾਦਰ ਸ਼ਾਹ। ਠੀਕ ਹੈ ਜੀ, ਨਾਦਰ ਸ਼ਾਹ ਜਿਹੜਾ ਸੀ ਉਹ ਭਾਰਤ ਤੋਂ ਕੋਹੀਨੂਰ ਹੀਰਾ ਲੈ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਭਾਰਤ ਵਿੱਚ ਆਉਣ ਵਾਲਾ ਪਹਿਲਾ ਪੁਰਤਗਾਲੀ ਵਪਾਰੀ ਕੌਣ ਸੀ? ਤਾਂ ਭਾਰਤ ਵਿੱਚ ਜਿਹੜਾ ਪਹਿਲਾ ਪੁਰਤਗਾਲੀ ਵਪਾਰੀ ਆਇਆ ਸੀ ਜੀ ਉਹ ਕੌਣ ਸੀ? ਤਾਂ ਇਹ ਆਪਸ਼ਨ ਹੈ ਅਲਮੇਡਾ, ਬੀ ਆਪਸ਼ਨ ਹੈ ਵਾਸਕੋ ਡੀ ਗਾਮਾ, ਸੀ ਆਪਸ਼ਨ ਹੈ ਕੋਲੰਬਸ, ਡੀ ਆਪਸ਼ਨ ਹੈ ਅਲਫਾਂਸੋ ਡੀ ਅਲਬੁਕਰਕ। ਤਾਂ ਕੌਣ ਸੀ ਜੀ ਪੁਰਤਗਾਲੀ ਵਪਾਰੀ ਜਿਹੜਾ ਕਿ ਪਹਿਲਾ ਵਪਾਰੀ ਸੀ, ਪੁਰਤਗਾਲੀ ਵਪਾਰੀ ਜਿਹੜਾ ਭਾਰਤ ਆਇਆ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਵਾਸਕੋ ਡੀ ਗਾਮਾ। ਠੀਕ ਹੈ ਜੀ, ਭਾਰਤ ਵਿੱਚ ਆਉਣ ਵਾਲਾ ਪਹਿਲਾ ਪੁਰਤਗਾਲੀ ਵਪਾਰੀ ਵਾਸਕੋ ਡੀ ਗਾਮਾ ਸੀ। ਨੈਕਸਟ ਕੁਐਸਚਨ ਹੈ ਜੀ, ਪੁਰਤਗਾਲੀਆਂ ਨੇ ਬੀਜਾਪੁਰ ਦੇ ਸ਼ਾਸਕ ਯੂਸਫ ਆਦਿਲ ਸ਼ਾਹ ਤੋਂ ਗੋਆ ਕਦੋਂ ਖੋਇਆ ਸੀ? ਤਾਂ ਪੁਰਤਗਾਲੀਆਂ ਨੇ ਬੀਜਾਪੁਰ ਜਿਹੜਾ ਸ਼ਾਸਕ ਸੀ ਜੀ ਯੂਸਫ ਆਦਿਲ ਸ਼ਾਹ, ਉਸ ਤੋਂ ਗੋਆ ਜਿਹੜਾ ਰਾਜ ਹੈ ਜੀ ਉਹ ਖੋਹ ਲਿਆ ਸੀ, ਗੋਆ ਰਾਜ। ਤੇ ਇਹ ਕਦੋਂ ਖੋਇਆ ਸੀ? ਤਾਂ ਇਹ ਆਪਸ਼ਨ ਹੈ ਜੀ 1508 ਈਸਵੀ ਵਿੱਚ, ਬੀ ਆਪਸ਼ਨ ਹੈ 1590 ਈਸਵੀ ਵਿੱਚ, ਸੀ ਆਪਸ਼ਨ ਹੈ 1510 ਈਸਵੀ ਵਿੱਚ, ਡੀ ਆਪਸ਼ਨ ਹੈ 1516 ਈਸਵੀ ਵਿੱਚ। ਤਾਂ ਕਦੋਂ ਖੋਇਆ ਸੀ ਜੀ? ਤਾਂ ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ 1510 ਈਸਵੀ ਵਿੱਚ ਖੋਹ ਲਿਆ ਸੀ। ਨੈਕਸਟ ਕੁਐਸਚਨ ਹੈ ਜੀ, ਕਲਕੱਤਾ ਨਗਰ ਦੀ ਨੀਂਹ ਕਿਸ ਨੇ ਰੱਖੀ ਸੀ? ਤਾਂ ਜਿਹੜਾ ਕਲਕੱਤਾ ਸ਼ਹਿਰ ਹੈ ਜੀ ਉਸ ਦੀ ਨੀਂਹ ਕਿਸ ਨੇ ਰੱਖੀ ਸੀ? ਤਾਂ ਇਹ ਆਪਸ਼ਨ ਹੈ ਜੀ ਰੋਬਰਟ ਕਲਾਈਵ, ਬੀ ਆਪਸ਼ਨ ਹੈ ਜੌਬ ਚਾਰਨਕ, ਸੀ ਆਪਸ਼ਨ ਹੈ ਵਾਰਨ ਹੈਸਟਿੰਗਸ, ਡੀ ਆਪਸ਼ਨ ਹੈ ਲਾਰਡ ਵੈਲੇਜ਼ਲੀ। ਤਾਂ ਕਿਸ ਨੇ ਰੱਖੀ ਸੀ ਜੀ ਕਲਕੱਤਾ ਨਗਰ ਦੀ ਨੀਂਹ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਜੌਬ ਚਾਰਨਕ ਨੇ। ਠੀਕ ਹੈ ਜੀ, ਜੌਬ ਚਾਰਨਕ ਨੇ ਕਲਕੱਤਾ ਨਗਰ ਦੀ ਨੀਂਹ ਰੱਖੀ ਸੀ। ਨੈਕਸਟ ਕੁਐਸਚਨ ਹੈ ਜੀ, ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਕੀਤੀ ਗਈ? ਤਾਂ ਜਿਹੜੀ ਈਸਟ ਇੰਡੀਆ ਕੰਪਨੀ ਸੀ ਜੀ ਉਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਤਾਂ ਇਹ ਆਪਸ਼ਨ ਹੈ ਜੀ 1600 ਈਸਵੀ ਵਿੱਚ, ਬੀ ਆਪਸ਼ਨ ਹੈ 1602 ਈਸਵੀ ਵਿੱਚ, ਸੀ ਆਪਸ਼ਨ ਹੈ 1608 ਈਸਵੀ ਵਿੱਚ, ਡੀ ਆਪਸ਼ਨ ਹੈ 1615 ਵਿੱਚ। ਤਾਂ ਕਦੋਂ ਸਥਾਪਨਾ ਕੀਤੀ ਗਈ ਜੀ ਈਸਟ ਇੰਡੀਆ ਕੰਪਨੀ ਦੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਪਹਿਲਾ ਆਪਸ਼ਨ, ਇਹ ਆਪਸ਼ਨ 1600 ਈਸਵੀ ਵਿੱਚ। ਠੀਕ ਹੈ ਜੀ, ਈਸਟ ਇੰਡੀਆ ਕੰਪਨੀ ਦੀ ਸਥਾਪਨਾ 1600 ਈਸਵੀ ਵਿੱਚ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਜੀ, ਪਲਾਸੀ ਦਾ ਯੁੱਧ ਕਿਹੜੇ ਦੋ ਪੱਖਾਂ ਵਿੱਚ ਹੋਇਆ ਸੀ? ਤਾਂ ਜਿਹੜਾ ਪਲਾਸੀ ਦਾ ਯੁੱਧ ਹੋਇਆ ਸੀ ਜੀ ਉਹ ਕਿਹੜੇ ਦੋ ਪੱਖ ਸੀ, ਕਿਹੜੇ ਦੋ ਪੱਖਾਂ ਵਿੱਚ ਹੋਇਆ ਸੀ? ਤਾਂ ਇਹ ਆਪਸ਼ਨ ਹੈ ਜੀ ਮੀਰ ਕਾਸਿਮ ਅਤੇ ਅੰਗਰੇਜ਼, ਬੀ ਆਪਸ਼ਨ ਹੈ ਸਿਰਾਜੂਦੌਲਾ ਅਤੇ ਅੰਗਰੇਜ਼, ਸੀ ਆਪਸ਼ਨ ਹੈ ਸ਼ੁਜਾਉਦੌਲਾ ਅਤੇ ਅੰਗਰੇਜ਼, ਡੀ ਆਪਸ਼ਨ ਹੈ ਮੀਰ ਜਾਫਰ ਅਤੇ ਸਿਰਾਜੂਦੌਲਾ। ਤਾਂ ਕਿਹੜੇ ਦੋ ਪੱਖਾਂ ਵਿੱਚ ਹੋਇਆ ਸੀ ਜੀ ਪਲਾਸੀ ਦਾ ਯੁੱਧ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਸਿਰਾਜੂਦੌਲਾ ਅਤੇ ਅੰਗਰੇਜ਼ਾਂ ਦੇ ਵਿੱਚ। ਠੀਕ ਹੈ ਜੀ, ਪਲਾਸੀ ਦਾ ਯੁੱਧ ਜਿਹੜਾ ਹੋਇਆ ਸੀ ਉਹ ਸਿਰਾਜੂਦੌਲਾ ਅਤੇ ਅੰਗਰੇਜ਼ਾਂ ਦੇ ਵਿੱਚ ਹੋਇਆ ਸੀ। ਨੈਕਸਟ ਕੁਐਸਚਨ ਹੈ ਜੀ, ਬਕਸਰ ਦੀ ਲੜਾਈ ਵਿੱਚ ਮੀਰ ਕਾਸਿਮ ਦਾ ਸਾਥ ਕਿਸ ਨੇ ਦਿੱਤਾ ਸੀ? ਤਾਂ ਬਕਸਰ ਦੀ ਲੜਾਈ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਮੀਰ ਕਾਸਿਮ ਦਾ ਸਾਥ ਕਿਸ ਨੇ ਦਿੱਤਾ ਸੀ ਜੀ? ਤਾਂ ਇਹ ਆਪਸ਼ਨ ਹੈ ਸ਼ਾਹ ਆਲਮ II, ਮੁਗਲ ਸਮਰਾਟ ਸੀ ਜਿਹੜਾ, ਬੀ ਆਪਸ਼ਨ ਹੈ ਸ਼ੁਜਾਉਦੌਲਾ ਜਿਹੜਾ ਅਵਧ ਦਾ ਨਵਾਬ ਸੀ, ਸੀ ਆਪਸ਼ਨ ਹੈ ਮੀਰ ਜਾਫਰ ਜੋ ਕਿ ਬੰਗਾਲ ਦਾ ਨਵਾਬ ਸੀ, ਤੇ ਡੀ ਆਪਸ਼ਨ ਹੈ ਏ ਅਤੇ ਬੀ ਦੋਨੋਂ। ਤਾਂ ਕਿਸ ਨੇ ਮੀਰ ਕਾਸਿਮ ਦਾ ਸਾਥ ਦਿੱਤਾ ਸੀ ਜੀ ਬਕਸਰ ਦੀ ਲੜਾਈ ਵਿੱਚ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਡੀ ਆਪਸ਼ਨ ਏ ਅਤੇ ਬੀ ਦੋਨੋਂ, ਯਾਨੀ ਕਿ ਸ਼ੁਜਾਉਦੌਲਾ ਅਤੇ ਮੀਰ ਜਾਫਰ ਦੋਨਾਂ ਨੇ ਮੀਰ ਕਾਸਿਮ ਦਾ ਸਾਥ ਦਿੱਤਾ ਸੀ ਬਕਸਰ ਦੀ ਲੜਾਈ ਵਿੱਚ। ਠੀਕ ਹੈ ਜੀ, ਤਾਂ ਰਾਈਟ ਆਨਸਰ ਹੋਵੇਗਾ ਏ ਅਤੇ ਬੀ ਦੋਨੋਂ। ਨੈਕਸਟ ਕੁਐਸਚਨ ਹੈ ਜੀ,
ਸ਼ੁਰੂ ਵਿੱਚ ਯੂਰਪੀ ਵਪਾਰੀਆਂ ਦੀ ਰੁਚੀ ਕਿਹੜੇ ਵਪਾਰ ਦੇ ਵਿੱਚ ਸੀ? ਤਾਂ ਜੇਕਰ ਸਟਾਰਟਿੰਗ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਯੂਰਪੀ ਜਿਹੜੇ ਵਪਾਰੀ ਸਨ ਉਹਨਾਂ ਦੀ ਜਿਹੜੀ ਰੁਚੀ ਸੀ, ਜਿਹੜਾ ਇੰਟਰਸਟ ਸੀ, ਉਹ ਕਿਹੜੇ ਵਪਾਰ ਦੇ ਵਿੱਚ ਸੀ? ਤਾਂ ਇਹ ਆਪਸ਼ਨ ਹੈ ਜੀ ਮਸਾਲੇ, ਬੀ ਆਪਸ਼ਨ ਹੈ ਸੂਤੀ ਕੱਪੜੇ, ਸੀ ਆਪਸ਼ਨ ਹੈ ਨੀਲ, ਡੀ ਆਪਸ਼ਨ ਹੈ ਅਫੀਮ। ਤਾਂ ਕਿਸ ਵਪਾਰ ਦੇ ਵਿੱਚ ਜ਼ਿਆਦਾ ਰੁਚੀ ਸੀ ਉਹਨਾਂ ਦੀ ਸਭ ਤੋਂ ਪਹਿਲਾਂ ਸ਼ੁਰੂ ਵਿੱਚ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਇਹ ਆਪਸ਼ਨ ਮਸਾਲੇ, ਸਪਾਈਸਿਸ। ਠੀਕ ਹੈ ਜੀ, ਮਸਾਲੇ ਦੇ ਵਿੱਚ ਜ਼ਿਆਦਾ ਰੁਚੀ ਸੀ ਉਹਨਾਂ ਦੇ ਵਪਾਰ ਲਈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਕਿਸ ਸੰਧੀ ਦੇ ਅੰਤਰਗਤ ਈਸਟ ਇੰਡੀਆ ਕੰਪਨੀ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਮਿਲੀ ਸੀ? ਤਾਂ ਕਿਹੜੀ ਸੰਧੀ ਸੀ ਜੀ ਜਿਸ ਦੇ ਅੰਤਰਗਤ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਨਾਂ ਨੂੰ ਵੀ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਮਿਲੀ ਸੀ? ਤਾਂ ਇਹ ਆਪਸ਼ਨ ਹੈ ਜੀ ਅਲੀਨਗਰ ਦੀ ਸੰਧੀ, ਬੀ ਆਪਸ਼ਨ ਹੈ ਇਲਾਹਾਬਾਦ ਦੀ ਪਹਿਲੀ ਸੰਧੀ, ਸੀ ਆਪਸ਼ਨ ਹੈ ਇਲਾਹਾਬਾਦ ਦੀ ਦੂਜੀ ਸੰਧੀ, ਡੀ ਆਪਸ਼ਨ ਹੈ ਕੋਈ ਨਹੀਂ। ਤਾਂ ਕਿਹੜੀ ਸੰਧੀ ਦੇ ਅੰਤਰਗਤ ਮਿਲੀ ਸੀ ਜੀ ਉਹਨਾਂ ਨੂੰ ਦੀਵਾਨੀ ਬੰਗਾਲ, ਬਿਹਾਰ ਅਤੇ ਉੜੀਸਾ ਦੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਇਲਾਹਾਬਾਦ ਦੀ ਪਹਿਲੀ ਸੰਧੀ। ਠੀਕ ਹੈ ਜੀ, ਇਸਦਾ ਰਾਈਟ ਆਨਸਰ ਹੋਵੇਗਾ ਇਲਾਹਾਬਾਦ ਦੀ ਪਹਿਲੀ ਸੰਧੀ। ਨੈਕਸਟ ਕੁਐਸਚਨ ਹੈ ਜੀ ਸਹਾਇਕ ਸੰਧੀ ਕਿਸਨੇ ਲਾਗੂ ਕੀਤੀ ਸੀ? ਤਾਂ ਜਿਹੜੀ ਸਹਾਇਕ ਸੰਧੀ ਸੀ ਜੀ ਉਹ ਕਿਸਨੇ ਲਾਗੂ ਕੀਤੀ ਸੀ? ਤਾਂ ਇਹ ਆਪਸ਼ਨ ਹੈ ਜੀ ਲਾਰਡ ਵੈਲੇਜ਼ਲੀ, ਬੀ ਆਪਸ਼ਨ ਹੈ ਲਾਰਡ ਡਲਹੌਜ਼ੀ, ਸੀ ਆਪਸ਼ਨ ਹੈ ਲਾਰਡ ਕਰਜ਼ਨ, ਡੀ ਆਪਸ਼ਨ ਹੈ ਲਾਰਡ ਕਾਰਨਵਾਲਿਸ। ਤਾਂ ਕਿਸਨੇ ਲਾਗੂ ਕੀਤੀ ਸੀ ਜੀ ਸਹਾਇਕ ਸੰਧੀ? ਤਾਂ ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਇਹ ਆਪਸ਼ਨ ਲਾਰਡ ਵੈਲੇਜ਼ਲੀ ਨੇ। ਠੀਕ ਹੈ ਜੀ, ਲਾਰਡ ਵੈਲੇਜ਼ਲੀ ਨੇ ਸਹਾਇਕ ਸੰਧੀ ਜਿਹੜੀ ਹੈ ਲਾਗੂ ਕੀਤੀ ਸੀ, ਅਪਲਾਈ ਕੀਤੀ ਸੀ। ਨੈਕਸਟ ਕੁਐਸਚਨ ਹੈ ਜੀ ਸਹਾਇਕ ਸੰਧੀ 'ਤੇ ਹਸਤਾਖਰ ਕਰਨ ਵਾਲਾ ਪਹਿਲਾ ਰਾਜ ਕਿਹੜਾ ਸੀ? ਤਾਂ ਜਿਹੜੀ ਸਹਾਇਕ ਸੰਧੀ ਸੀ ਜੀ ਉਸ ਦੇ ਉੱਪਰ ਹਸਤਾਖਰ ਕਰਨ ਵਾਲਾ ਜਿਹੜਾ ਪਹਿਲਾ ਰਾਜ ਸੀ ਉਹ ਕਿਹੜਾ ਸੀ? ਤਾਂ ਇਹ ਆਪਸ਼ਨ ਹੈ ਹੈਦਰਾਬਾਦ, ਬੀ ਆਪਸ਼ਨ ਹੈ ਮੈਸੂਰ, ਸੀ ਆਪਸ਼ਨ ਹੈ ਤੰਜੌਰ, ਡੀ ਆਪਸ਼ਨ ਹੈ ਅਵਧ। ਤਾਂ ਕਿਹੜਾ ਰਾਜ ਸੀ ਜੀ ਜਿਸਨੇ ਸਹਾਇਕ ਸੰਧੀ ਉੱਤੇ ਹਸਤਾਖਰ ਕੀਤੇ ਸੀ ਸਭ ਤੋਂ ਪਹਿਲਾਂ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਇਹ ਆਪਸ਼ਨ ਹੈਦਰਾਬਾਦ। ਠੀਕ ਹੈ ਜੀ, ਸਹਾਇਕ ਸੰਧੀ ਉੱਪਰ ਹਸਤਾਖਰ ਕਰਨ ਵਾਲਾ ਜਿਹੜਾ ਪਹਿਲਾ ਰਾਜ ਸੀ ਉਹ ਹੈਦਰਾਬਾਦ ਸੀ। ਨੈਕਸਟ ਕੁਐਸਚਨ ਹੈ ਜੀ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਤਾਂ ਜਿਹੜਾ ਗਵਰਨਰ ਜਨਰਲ ਦੀ ਗੱਲ ਕਰੀਏ ਤਾਂ ਭਾਰਤ ਦਾ ਪਹਿਲਾ ਕਿਹੜਾ ਸੀ? ਤਾਂ ਇਹ ਆਪਸ਼ਨ ਹੈ ਜੀ ਵਾਰਨ ਹੈਸਟਿੰਗਸ, ਬੀ ਆਪਸ਼ਨ ਹੈ ਲਾਰਡ ਕੈਨਿੰਗ, ਸੀ ਆਪਸ਼ਨ ਹੈ ਲਾਰਡ ਵਿਲੀਅਮ ਬੈਂਟਿਕ, ਡੀ ਆਪਸ਼ਨ ਹੈ ਲਾਰਡ ਡਲਹੌਜ਼ੀ। ਤਾਂ ਕੌਣ ਸੀ ਜੀ ਭਾਰਤ ਦਾ ਪਹਿਲਾ ਗਵਰਨਰ ਜਨਰਲ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਹੋਵੇਗਾ ਸੀ ਆਪਸ਼ਨ ਲਾਰਡ ਵਿਲੀਅਮ ਬੈਂਟਿਕ। ਠੀਕ ਹੈ ਜੀ, ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਸੀ। ਨੈਕਸਟ ਕੁਐਸਚਨ ਹੈ ਜੀ ਸਤੀ ਪ੍ਰਥਾ ਨੂੰ ਕਿਹੜੇ ਗਵਰਨਰ ਜਨਰਲ ਨੇ ਸਮਾਪਤ ਕੀਤਾ ਸੀ? ਤਾਂ ਸਤੀ ਪ੍ਰਥਾ ਨੂੰ ਸਮਾਪਤ ਕਰਨ ਵਾਲਾ ਇਹਨਾਂ ਵਿੱਚੋਂ ਕਿਹੜਾ ਗਵਰਨਰ ਜਨਰਲ ਸੀ ਜਿਸ ਨੇ ਸਤੀ ਪ੍ਰਥਾ ਨੂੰ ਸਮਾਪਤ ਕੀਤਾ ਸੀ ਇਹਨਾਂ ਵਿੱਚੋਂ? ਤਾਂ ਇਹ ਆਪਸ਼ਨ ਹੈ ਜੀ ਲਾਰਡ ਰਿਪਨ, ਬੀ ਆਪਸ਼ਨ ਹੈ ਚਾਰਲਸ ਮੈਟਕਾਫ, ਸੀ ਆਪਸ਼ਨ ਹੈ ਵਾਰਨ ਹੈਸਟਿੰਗਸ, ਡੀ ਆਪਸ਼ਨ ਹੈ ਲਾਰਡ ਵਿਲੀਅਮ ਬੈਂਟਿਕ। ਤਾਂ ਕੌਣ ਸੀ ਜੀ ਇਹਨਾਂ ਵਿੱਚੋਂ ਗਵਰਨਰ ਜਨਰਲ ਜਿਸ ਨੇ ਕਿ ਸਤੀ ਪ੍ਰਥਾ ਨੂੰ ਸਮਾਪਤ ਕੀਤਾ ਸੀ, ਖਤਮ ਕੀਤਾ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਡੀ ਆਪਸ਼ਨ ਲਾਰਡ ਵਿਲੀਅਮ ਬੈਂਟਿਕ। ਠੀਕ ਹੈ ਜੀ, ਲਾਰਡ ਵਿਲੀਅਮ ਬੈਂਟਿਕ ਜਿਹੜਾ ਗਵਰਨਰ ਜਨਰਲ ਸੀ ਉਸਨੇ ਸਤੀ ਪ੍ਰਥਾ ਨੂੰ ਸਮਾਪਤ ਕੀਤਾ ਸੀ। ਨੈਕਸਟ ਕੁਐਸਚਨ ਹੈ ਜੀ ਸਮਾਚਾਰ ਪੱਤਰਾਂ ਤੋਂ ਪ੍ਰਤੀਬੰਧ ਕਿਸ ਨੇ ਹਟਵਾਇਆ ਸੀ? ਤਾਂ ਜਿਹੜੇ ਸਮਾਚਾਰ ਪੱਤਰ ਸੀ ਜੀ ਉਹਨਾਂ ਉੱਪਰ ਪ੍ਰਤੀਬੰਧ ਲੱਗਾ ਹੋਇਆ ਸੀ ਤਾਂ ਉਹ ਪ੍ਰਤੀਬੰਧ ਨੂੰ ਕਿਸ ਨੇ ਹਟਵਾਇਆ ਸੀ? ਤਾਂ ਇਹ ਆਪਸ਼ਨ ਹੈ ਜੀ ਲਾਰਡ ਵਿਲੀਅਮ ਬੈਂਟਿਕ, ਬੀ ਆਪਸ਼ਨ ਹੈ ਚਾਰਲਸ ਮੈਟਕਾਫ, ਸੀ ਆਪਸ਼ਨ ਹੈ ਲਾਰਡ ਮੈਕਾਲੇ, ਡੀ ਆਪਸ਼ਨ ਹੈ ਲਾਰਡ ਰਿਪਨ। ਤਾਂ ਕਿਸ ਨੇ ਜਿਹੜਾ ਹੈ ਸਮਾਚਾਰ ਪੱਤਰਾਂ ਤੋਂ ਪ੍ਰਤੀਬੰਧ ਹਟਵਾ ਦਿੱਤਾ ਸੀ? ਤਾਂ ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਚਾਰਲਸ ਮੈਟਕਾਫ ਨੇ। ਠੀਕ ਹੈ ਜੀ, ਚਾਰਲਸ ਮੈਟਕਾਫ ਨੇ ਸਮਾਚਾਰ ਪੱਤਰਾਂ ਤੋਂ ਪ੍ਰਤੀਬੰਧ ਜਿਹੜਾ ਹੈ ਉਹ ਹਟਵਾ ਦਿੱਤਾ ਸੀ। ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਪਹਿਲੀ ਰੇਲ ਕਦੋਂ ਚੱਲੀ ਸੀ? ਤਾਂ ਜਿਹੜੀ ਟ੍ਰੇਨ ਹੈ ਜੀ, ਰੇਲ ਗੱਡੀ ਹੈ ਜਿਹੜੀ ਟ੍ਰੇਨ ਹੈ ਉਹ ਭਾਰਤ ਵਿੱਚ ਪਹਿਲੀ ਕਦੋਂ ਚੱਲੀ ਸੀ? ਤਾਂ ਇਹ ਆਪਸ਼ਨ ਹੈ ਜੀ 16 ਅਪ੍ਰੈਲ 1853 ਤੋਂ, ਬੀ ਆਪਸ਼ਨ ਹੈ 26 ਅਪ੍ਰੈਲ 1853, ਸੀ ਆਪਸ਼ਨ ਹੈ 16 ਅਪ੍ਰੈਲ 1854, ਡੀ ਆਪਸ਼ਨ ਹੈ 26 ਅਪ੍ਰੈਲ 1854। ਤਾਂ ਕਦੋਂ ਚੱਲੀ ਸੀ ਜੀ ਭਾਰਤ ਦੀ ਪਹਿਲੀ ਰੇਲ?
ਭਾਰਤ ਵਿੱਚ, ਤਾਂ ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ 16 ਅਪ੍ਰੈਲ 1853 ਵਿੱਚ। ਠੀਕ ਹੈ ਜੀ, ਭਾਰਤ ਵਿੱਚ ਪਹਿਲੀ ਰੇਲ ਚੱਲੀ ਸੀ ਜਿਹੜੀ, ਉਹ ਚੱਲੀ ਸੀ 16 ਅਪ੍ਰੈਲ 1853 ਦੇ ਵਿੱਚ, ਜਿਹੜੀ ਕਿ ਮੁੰਬਈ ਤੋਂ ਥਾਣੇ ਤੱਕ ਚੱਲੀ ਸੀ, ਬੰਬੇ ਤੋਂ ਥਾਣੇ ਤੱਕ ਚੱਲੀ ਸੀ। ਠੀਕ ਹੈ ਜੀ, ਤਾਂ ਫਰੈਂਡਸ ਇਹ SST ਦੇ ਜਿਹੜੇ ਹਨ ਹਿਸਟਰੀ ਦੇ ਇੰਪੋਰਟੈਂਟ ਕੁਐਸਚਨ ਹਨ, ਜਿਹੜੇ ਕਿ SST ਦੇ ਮਾਸਟਰ ਕੈਡਰ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹਨ, ਇਹਨਾਂ ਤੁਸੀਂ ਜ਼ਰੂਰ ਕਰਿਓ। ਅਤੇ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ। ਠੀਕ ਹੈ ਜੀ, ਅਗਰ ਤੁਹਾਨੂੰ ਕੋਈ ਕੁਐਸਚਨ, ਤੁਹਾਡੀ ਕੋਈ ਕੁਐਰੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ, ਮੈਂ ਤੁਹਾਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ। ਠੀਕ ਹੈ ਜੀ, ਤਾਂ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨਸ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।